Good morning, students. Trained Tourism and Hospitality, Class 11, 2-year pattern, job role Customer Service Executive, Meet and Greet, Unit 4, topic Arrange for the guest transfer। कि एक ਮਹਿਮਾਨ ਦੇ ਆਉਣ ਜਾਣ 'ਤੇ ਜੋ ਪ੍ਰਬੰਧ ਨੇ ਉਹ ਕਿਵੇਂ ਕਰਨੇ ਨੇ ਅੱਜ ਅਸੀਂ ਇਸ ਟੌਪਿਕ ਵਿੱਚ ਪੜ੍ਹਾਂਗੇ। ਸੈਰ ਸਪਾਟਾ ਵਿੱਚ ਇੱਕ ਮਹਿਮਾਨ ਦੀ ਆਮਦ ਅਤੇ ਰਵਾਨਗੀ ਨੂੰ ਇੱਕ ਵਿਅਕਤੀ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਇੱਕ ਸਮੂਹਿਕ ਰਿਹਾਇਸ਼ੀ ਸਥਾਪਨਾ ਜਾਂ ਨਿੱਜੀ ਸੈਰ ਸਪਾਟਾ ਰਿਹਾਇਸ਼ ਅਤੇ ਬਾਹਰ ਪਹੁੰਚਦਾ ਹੈ। ਆਮਦ ਅਤੇ ਰਵਾਨਗੀ ਦਾ ਸਮਾਂ ਅਕਸਰ ਮਹਿਮਾਨਾਂ ਲਈ ਅਹਿਮ ਹੁੰਦਾ ਹੈ। ਆਗਮਨ ਅਤੇ ਵਿਦਾਇਗੀ ਰਜਿਸਟਰ ਇਹ ਇੱਕ ਅਜਿਹਾ ਰਜਿਸਟਰ ਹੈ ਜੋ ਫਰੰਟ ਡੈਸਕ ਏਜੰਟ ਦੁਆਰਾ ਸੰਭਾਲਿਆ ਜਾਂਦਾ ਹੈ ਜੋ ਕਿਸੇ ਖਾਸ ਦਿਨ 'ਤੇ ਸਾਰੇ ਪਹੁੰਚਣ ਅਤੇ ਰਵਾਨਗੀ ਦੀ ਨਿਗਰਾਨੀ ਕਰਦਾ ਹੈ। ਇਹ ਨਿਰਧਾਰਤ ਕੀਤੇ ਕਮਰਿਆਂ ਦੀ ਨਿਗਰਾਨੀ ਕਰਦਾ ਹੈ। ਮਹਿਮਾਨਾਂ ਲਈ ਦੁਬਾਰਾ ਕਮਰੇ ਤਿਆਰ ਕਰਨ ਲਈ ਹਾਊਸਕੀਪਿੰਗ ਵਿਭਾਗ ਦੀ ਮਦਦ ਕਰਦਾ ਹੈ। ਮਹਿਮਾਨ ਦੇ ਹੋਟਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਸਵਾਗਤ ਦੀ ਸਾਰੀ ਤਿਆਰੀ ਕਰਨੀ ਚਾਹੀਦੀ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਟਾਫ ਤਿਆਰ ਹੈ। ਹੋਟਲ ਦੇ ਕੰਮਕਾਜ ਸੁਚਾਰੂ ਤੇ ਸਕਾਰਾਤਮਕ ਢੰਗ ਨਾਲ ਚੱਲ ਰਹੇ ਹਨ। ਡਬਲ ਚੈੱਕ ਰੂਮ ਸਾਫ਼ ਹੋ ਗਏ ਹਨ ਜਾਂ ਉਹਨਾਂ ਦੀ ਸਫਾਈ ਪੈਂਡਿੰਗ ਹੈ। ਫਰੰਟ ਡੈਸਕ ਨਾਲ ਜਾਂਚ ਕਰੋ ਕਿ ਹਰ ਚੀਜ਼ ਕ੍ਰਮ ਵਿੱਚ ਹੈ। ਹੋਟਲ ਪ੍ਰਾਈਵੇਸੀ ਨੀਤੀਆਂ ਨੂੰ ਰਸਮੀ ਬਣਾਇਆ ਹੁੰਦਾ ਹੈ। ਹੋਟਲ ਆਪਣੇ ਮਹਿਮਾਨਾਂ ਦੇ ਨਾਮ ਜਾਰੀ ਨਹੀਂ ਕਰ ਸਕਦੇ, ਜ਼ਿਆਦਾਤਰ ਆਨਲਾਈਨ ਬੁਕਿੰਗ ਕਰਦੇ ਹਨ। ਬਹੁਤ ਸਾਰੇ ਨਿੱਜੀ ਮਲਕੀਅਤ ਵਾਲੇ ਹੋਟਲਾਂ ਵਿੱਚ ਵੀ ਨਿੱਜਤਾ ਅਤੇ ਸੁਰੱਖਿਆ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ। ਆਪਣੇ ਗਾਹਕਾਂ ਨਾਲ ਬੁਕਿੰਗ ਜਾਂ ਟਿਕਟਸ ਬਾਰੇ ਗੱਲਬਾਤ ਕਰਨ ਲਈ ਸਰਲ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹ ਭਾਸ਼ਾ ਜੋ ਕਸਟਮਰ ਆਸਾਨੀ ਨਾਲ ਸਮਝ ਸਕਦਾ ਹੋਵੇ। ਸੁਣਨ ਵਾਲਿਆਂ ਨਾਲ ਹਮੇਸ਼ਾ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਕਸਟਮਰ ਨੂੰ ਹੋਟਲ ਬੁਕਿੰਗ ਰਿਲੇਟਡ ਪੁੱਛਣਾ ਕਿ ਕਿੰਨੇ ਸਮੇਂ ਲਈ ਉਹ ਸੰਬੰਧਿਤ ਹੋਟਲ ਵਿੱਚ ਰਹਿਣਾ ਚਾਹੁੰਦਾ ਹੈ। ਸਰਚ ਮੀਨੂ ਵਿੱਚ ਚੈੱਕ ਇਨ ਅਤੇ ਚੈੱਕ ਆਊਟ ਡੇਟਾ ਵਿੱਚ ਰਹਿਣ ਦੀ ਮਿਤੀ ਦੀ ਚੋਣ ਅਤੇ ਹੋਰ ਜਾਣਕਾਰੀ ਫਿਲ ਕਰਨਾ ਲਾਜ਼ਮੀ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੋਟਲ ਦੀ ਸੂਚੀ ਵਿੱਚ ਕੀਮਤ ਕ੍ਰਮਬੱਧ ਦਿੱਤੀ ਜਾਂਦੀ ਹੈ ਜਿਸ ਵਿੱਚ ਗਾਹਕ ਆਪਣੀ ਸਹੂਲਤ ਅਤੇ ਬਜਟ ਅਨੁਸਾਰ ਸੇਵਾਵਾਂ ਦੀ ਪ੍ਰਾਪਤੀ ਕਰਦਾ ਹੈ। ਗਾਹਕ ਦੀ ਰਜਿਸਟ੍ਰੇਸ਼ਨ ਕਰਨ ਦੀ ਈਮੇਲ ਦੀ ਵਰਤੋਂ ਕੀਤੀ ਜਾਂਦੀ ਹੈ। ਕਰਮਚਾਰੀਆਂ ਨੂੰ ਆਪਣੇ ਗਾਹਕ ਨਾਲ ਡੀਲ ਕਰਨ ਲਈ ਸਾਰਥਿਕ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਹਮੇਸ਼ਾ ਹੀ ਗਾਹਕ ਦਾ ਹੱਸ ਕੇ ਹੱਥ ਜੋੜ ਕੇ ਨਿਮਰਤਾ ਨਾਲ ਸਵਾਗਤ ਕਰਨਾ ਚਾਹੀਦਾ ਹੈ ਅਤੇ ਚੰਗੇ ਸ਼ਬਦਾਂ ਦੀ ਵਰਤੋਂ ਨਾਲ ਜ਼ਰੂਰੀ ਸੂਚਨਾਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਗਾਹਕ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਇਹਨਾਂ ਦਾ ਜਿੱਥੋਂ ਤੱਕ ਹੋ ਸਕੇ ਜਲਦੀ ਨਿਪਟਾਰਾ ਕਰਨਾ ਚਾਹੀਦਾ ਹੈ। ਤਬਦੀਲੀਆਂ ਤਕਨੀਕੀ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਨਿਯਮਤ ਨਵੀਨਤਾ ਆਉਂਦੀ ਹੈ। ਗਾਹਕਾਂ ਨੂੰ ਰਾਜਨੀਤਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੁੱਦੇ 'ਤੇ ਹੋਟਲ ਪ੍ਰਬੰਧਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹੋਟਲ ਵਿੱਚ ਹੁਨਰਮੰਦ ਸਟਾਫ ਹੋਣਾ ਚਾਹੀਦਾ ਹੈ ਤਾਂ ਕਿ ਕੰਮ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ। ਗਾਹਕ ਦੀ ਕਿਸੇ ਤਰ੍ਹਾਂ ਵੀ ਬੁਕਿੰਗ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਫਿਰ ਵੀ ਅਗਰ ਕਿਸੇ ਪ੍ਰਕਾਰ ਦੀ ਸਟਾਫ ਵੱਲੋਂ ਅਣਗਹਿਲੀ ਹੁੰਦੀ ਹੈ ਤਾਂ ਸਮੇਂ 'ਤੇ ਹੀ ਕਸਟਮਰ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ ਤਾਂ ਕਿ ਮਸਲਾ ਜਲਦੀ ਹੱਲ ਹੋ ਸਕੇ। ਚੈੱਕਲਿਸਟ ਵਿੱਚ ਮਲਟੀ ਸਟੈਪ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਹੁੰਦੀਆਂ ਹਨ। ਇਹ ਕੁਸ਼ਲਤਾ, ਸ਼ੁੱਧਤਾ, ਸੁਰੱਖਿਆ ਅਤੇ ਇਕਸਾਰਤਾ ਲਈ ਆਪਣੇ ਕਾਰਜਾਂ ਨੂੰ ਸਟਾਫ ਵਿੱਚ ਵੰਡਦੀ ਹੈ ਅਤੇ ਮਹਿਮਾਨਾਂ ਦਾ ਸਵਾਗਤ ਕਰਦੀ ਹੈ। ਇਹ ਪ੍ਰਕਿਰਿਆ ਸੁਰੱਖਿਆ ਦੇ ਮਾਪਦੰਡਾਂ ਦੇ ਅਨੁਸਾਰ ਕੰਮ ਕਰਦੀ ਹੈ। ਚੈੱਕ ਇਨ ਇਹ ਸਾਹਮਣੇ ਵਾਲੇ ਦਫ਼ਤਰ ਦੇ ਰਿਸੈਪਸ਼ਨ ਕਾਊਂਟਰ 'ਤੇ ਪ੍ਰਾਹੁਣਿਆਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੈ ਜੋ ਜ਼ਿਆਦਾਤਰ ਦੁਪਹਿਰ ਤੋਂ ਦੇਰ ਸ਼ਾਮ ਤੱਕ ਹੁੰਦੀ ਹੈ। ਚੈੱਕ ਆਊਟ ਇਹ ਮਹਿਮਾਨਾਂ ਦੇ ਠਹਿਰਨ ਦੇ ਅਖੀਰ ਵਿੱਚ ਉਹਨਾਂ ਦੇ ਜਾਣ ਦਾ ਸੰਕੇਤ ਦਿੰਦਾ ਹੈ ਜੋ ਜ਼ਿਆਦਾਤਰ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ
ਹੁੰਦਾ ਹੈ। ਮਹਿਮਾਨ ਚੱਕਰ ਹੋਟਲ ਅਤੇ ਮਹਿਮਾਨਾਂ ਦਰਮਿਆਨ ਮਹਿਮਾਨ ਦੇ ਆਪਸੀ ਤਾਲਮੇਲ ਦੇ ਵੱਖਰੇ ਪੜਾਅ ਨੂੰ ਦਰਸਾਉਂਦਾ ਹੈ। ਗੱਲਬਾਤ ਦੇ ਪੜਾਅ ਅਤੇ ਸ਼ਾਮਲ ਗਤੀਵਿਧੀਆਂ ਦੇ ਆਧਾਰ 'ਤੇ ਗੈਸਟ ਚੱਕਰ ਨੂੰ ਵਿਆਪਕ ਰੂਪ ਵਿੱਚ ਸਰਗਰਮੀ ਦੀ ਕਿਸਮ ਦੇ ਆਧਾਰ 'ਤੇ 4 ਹਿੱਸਿਆਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਜਿਵੇਂ ਕਿ ਪ੍ਰੀ ਅਰਾਈਵਲ, ਅਰਾਈਵਲ, ਸਟੇ ਐਂਡ ਡਿਪਾਰਚਰ। ਪਹਿਲਾ ਹੈ ਪ੍ਰੀ ਅਰਾਈਵਲ। ਮਹਿਮਾਨ ਚੱਕਰ ਦੇ ਪੂਰਵ ਆਗਮਨ ਅਵਸਥਾ ਦੇ ਦੌਰਾਨ ਇੱਕ ਹੋਟਲ ਦੀ ਚੋਣ ਕਰਦਾ ਹੈ। ਮਹਿਮਾਨ ਦੀ ਚੋਣ ਕਈ ਕਾਰਕਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ। ਹੋਟਲ ਸਮੇਤ ਪਿਛਲੇ ਤਜਰਬੇ, ਇਸ਼ਤਿਹਾਰਬਾਜ਼ੀ, ਦੋਸਤਾਂ ਅਤੇ ਸਹਿਕਰਮੀਆਂ ਦੁਆਰਾ ਹਵਾਲਾ, ਸਥਾਨ, ਕਾਰਪੋਰੇਟ ਟਰੈਵਲ ਏਜੰਟ ਬੁਕਿੰਗ, ਹੋਟਲ ਦਾ ਨਾਮ, ਹੋਟਲ ਲਾਇਲਟੀ ਪ੍ਰੋਗਰਾਮ ਦੇ ਮੈਂਬਰ ਆਦਿ। ਰਿਜ਼ਰਵੇਸ਼ਨ ਕਰਨ ਦੇ ਮਹਿਮਾਨ ਦੇ ਫੈਸਲੇ ਦਾ ਅਸਰ ਰਾਖਵਾਂਕਰਨ ਕਰਨ ਅਤੇ ਆਸਾਨੀ ਨਾਲ ਕਰਨ ਦੇ ਪ੍ਰਭਾਵ ਨਾਲ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਰਿਜ਼ਰਵੇਸ਼ਨ ਏਜੰਟ ਨੇ ਗੱਲਬਾਤ ਕੀਤੀ ਅਤੇ ਹੋਟਲ ਦੀ ਸਹੂਲਤ ਵਰਣਨ ਕੀਤੀ, ਜਿਵੇਂ ਕਮਰੇ ਦੀ ਕਿਸਮ, ਕਮਰੇ ਦਾ ਕਿਰਾਇਆ, ਮਨੋਰੰਜਨ ਦੀਆਂ ਸਹੂਲਤਾਂ ਅਤੇ ਹੋਟਲ ਦੇ ਨੇੜੇ ਹੋਰ ਆਕਰਸ਼ਣ ਆਦਿ, ਇਹ ਸਭ ਕੁਝ ਇਸ ਵਿੱਚ ਸ਼ਾਮਲ ਹੁੰਦਾ ਹੈ। ਅਸੀਂ ਨਿਸ਼ਚਿਤ ਰੂਪ ਵਿੱਚ ਰਿਜ਼ਰਵੇਸ਼ਨ ਖੇਤਰ ਨੂੰ ਗੈਰ ਕਾਰਪੋਰੇਟ ਜਾਂ ਸਮੂਹ ਬੁਕਿੰਗ ਲਈ ਵੱਖਰੀ ਦਫ਼ਤਰ ਦੇ ਰੂਪ ਵਿੱਚ ਕਾਲ ਕਰ ਸਕਦੇ ਹਾਂ। ਇਸ ਦੇ ਕਰਮਚਾਰੀ ਵਿਕਰੀ ਅਨੁਕੂਲ ਹੋਣੇ ਚਾਹੀਦੇ ਹਨ। ਹੋਟਲ ਦੇ ਸਕਾਰਾਤਮਕ ਮਜ਼ਬੂਤ ਪੱਖ ਪੇਸ਼ ਕਰਨੇ ਚਾਹੀਦੇ ਹਨ। ਜੇ ਰਿਜ਼ਰਵੇਸ਼ਨ ਸਵੀਕਾਰ ਕੀਤੀ ਜਾ ਸਕਦੀ ਹੈ, ਰਿਜ਼ਰਵੇਸ਼ਨ ਏਜੰਟ ਹੋਟਲ ਮੈਨੇਜਮੈਂਟ ਸਾਫਟਵੇਅਰ 'ਤੇ ਰਿਜ਼ਰਵੇਸ਼ਨ ਬਣਾਉਂਦਾ ਹੈ। ਇਸ ਰਿਜ਼ਰਵੇਸ਼ਨ ਰਿਕਾਰਡ ਦੀ ਸਿਰਜਣਾ ਹੋਟਲ ਦੇ ਮਹਿਮਾਨ ਚੱਕਰ ਨੂੰ ਸ਼ੁਰੂ ਕਰਦੀ ਹੈ। ਇਸ ਰਿਜ਼ਰਵੇਸ਼ਨ ਵਿੱਚ ਮਹਿਮਾਨ ਦੀ ਖਾਸ ਬੇਨਤੀ ਦਾ ਵੇਰਵਾ ਹੈ, ਜੋ ਹੋਟਲ ਨੂੰ ਮਹਿਮਾਨ ਨੂੰ ਆਪਣੀ ਰਿਹਾਇਸ਼ ਦੇ ਦੌਰਾਨ ਨਿੱਜੀ ਸੇਵਾ ਪ੍ਰਦਾਨ ਕਰਨ ਵਿੱਚ ਹੈਲਪ ਕਰੇਗਾ। ਮਹਿਮਾਨ ਚੱਕਰ ਦੇ ਪਹੁੰਚਣ ਦੇ ਪੜਾਅ ਵਿੱਚ ਰਜਿਸਟਰੀਕਰਨ ਅਤੇ ਕਮਰੇ ਦੀ ਅਸਾਈਨਮੈਂਟ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਮਹਿਮਾਨ ਦੇ ਆਉਣ ਤੋਂ ਬਾਅਦ ਉਹ ਹੋਟਲ ਦੇ ਨਾਲ ਫਰੰਟ ਦਫ਼ਤਰ ਰਾਹੀਂ ਵਪਾਰਕ ਸੰਬੰਧ ਸਥਾਪਿਤ ਕਰਦਾ ਹੈ। ਮਹਿਮਾਨ ਦੇ ਕਿਸੇ ਵੀ ਪ੍ਰਸ਼ਨ ਨੂੰ ਸਪਸ਼ਟ ਕਰਨ ਦੀ ਫਰੰਟ ਦਫ਼ਤਰ ਦੇ ਸਟਾਫ ਦੀ ਜ਼ਿੰਮੇਵਾਰੀ ਹੁੰਦੀ ਹੈ, ਖਾਸ ਕਰਕੇ ਪੈਕੇਜ ਤੇ ਉਸ ਦੇ ਕਮਰੇ ਦੇ ਦਰਾਂ ਦਾ ਵੇਰਵਾ ਜਿਸ 'ਤੇ ਦਰਜ ਹੈ। ਫਰੰਟ ਦਫ਼ਤਰ ਦੇ ਸਟਾਫ ਨੂੰ ਚੈੱਕ-ਇਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਮਹਿਮਾਨ ਦੀ ਰਿਜ਼ਰਵੇਸ਼ਨ ਸਥਿਤੀ ਨਿਰਧਾਰਤ ਕਰਨਾ ਚਾਹੀਦਾ ਹੈ। ਰਿਜ਼ਰਵੇਸ਼ਨ ਵਾਲਾ ਗੈਸਟ ਅਤੇ ਰਿਜ਼ਰਵੇਸ਼ਨ ਤੋਂ ਬਿਨਾਂ ਗੈਸਟ ਆਮ ਤੌਰ 'ਤੇ ਵਾਕ-ਇਨਸ ਵਜੋਂ ਜਾਣਿਆ ਜਾਂਦਾ ਹੈ। ਇਹ ਵੀ ਫਰੰਟ ਡੈਸਕ ਸਟਾਫ ਲਈ ਕਾਰੋਬਾਰ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਇੱਕ ਰਜਿਸਟ੍ਰੇਸ਼ਨ ਕਾਰਡ ਚੈੱਕ-ਇਨ ਦੇ ਸਮੇਂ ਛਾਪਿਆ ਜਾਂਦਾ ਹੈ ਅਤੇ ਪੂਰਾ ਹੋ ਜਾਂਦਾ ਹੈ, ਜੋ ਕਿ ਸਾਹਮਣੇ ਦੀ ਡੈਸਕ ਨੂੰ ਜ਼ਰੂਰੀ ਜਾਣਕਾਰੀ ਇਕੱਤਰ ਕਰਨ ਵਿੱਚ ਸਹਾਇਤਾ ਕਰੇਗੀ। ਇਸ ਕਾਰਡ ਵਿੱਚ ਬੁਕਿੰਗ ਦੀਆਂ ਹਦਾਇਤਾਂ, ਰਿਜ਼ਰਵੇਸ਼ਨ ਦੇ ਵੇਰਵੇ, ਵਿਦੇਸ਼ੀ ਨਾਗਰਿਕਤਾ ਲਈ ਰਹਿਣ ਵਾਲੇ ਬਾਲਗਾਂ ਅਤੇ ਬੱਚਿਆਂ ਦੀ ਗਿਣਤੀ, ਪਤਾ, ਪਾਸਪੋਰਟ ਅਤੇ ਵੀਜ਼ਾ, ਪੂਰਾ ਪਤਾ, ਨਿੱਜੀ ਵੇਰਵੇ ਅਤੇ ਕ੍ਰੈਡਿਟ ਕਾਰਡ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਕਿਉਂਕਿ ਮਹਿਮਾਨ ਅਤੇ ਹੋਟਲ ਕੁਝ ਕਾਨੂੰਨੀ ਲਾਭ ਪ੍ਰਾਪਤ ਕਰਦੇ ਹਨ। ਇਸ ਲਈ ਲਾਜ਼ਮੀ ਹੈ ਕਿ ਰਜਿਸਟ੍ਰੇਸ਼ਨ ਕਾਰਡ 'ਤੇ ਮਹਿਮਾਨ ਦੇ ਦਸਤਖਤ ਲਏ ਜਾਣ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਇੱਕ ਭੁਗਤਾਨ ਕਰਨ ਦੇ ਇੱਕ ਮੈਥਡ ਨਾਲ ਪੂਰੀ ਹੋ ਜਾਂਦੀ ਹੈ। ਮਹਿਮਾਨ ਦੇ ਜਾਣ ਦੀ ਮਿਤੀ ਦੀ ਪੁਸ਼ਟੀ ਹੋ ਜਾਂਦੀ ਹੈ। ਮਹਿਮਾਨ ਦੁਆਰਾ
ਸਹੀ ਤਰ੍ਹਾਂ ਦਸਤਕ ਕੀਤੇ ਜਾਂਦੇ ਹਨ। ਮਹਿਮਾਨ ਦੇ ਕਮਰੇ ਨੂੰ ਇੱਕ ਦਿਸ਼ਾ ਦਿੱਤੀ ਜਾ ਸਕਦੀ ਹੈ। ਕਿੱਤਾ ਅਵਸਥਾ ਦੇ ਦੌਰਾਨ ਸਾਹਮਣੇ ਦਫ਼ਤਰ ਦਾ ਸਟਾਫ ਹੋਟਲ ਦੀ ਨੁਮਾਇੰਦਗੀ ਕਰਨ ਦਾ ਤਰੀਕਾ ਮਹੱਤਵਪੂਰਨ ਹੈ। ਹੋਟਲ ਦੀ ਗਤੀਵਿਧੀ ਲਈ ਮੁੱਖ ਸੰਪਰਕ ਕੇਂਦਰ ਹੋਣ ਦੇ ਨਾਤੇ ਫਰੰਟ ਦਫ਼ਤਰ ਮਹਿਮਾਨਾਂ ਦੀਆਂ ਬੇਨਤੀਆਂ ਦਾ ਤਾਲਮੇਲ ਕਰਨ ਲਈ ਜ਼ਿੰਮੇਵਾਰ ਹੈ। ਮਹਿਮਾਨਾਂ ਨੂੰ ਜਾਣਕਾਰੀ ਅਤੇ ਸਪਲਾਈ ਪ੍ਰਦਾਨ ਕਰਨ ਵਾਲਿਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਮਹਿਮਾਨ ਦੇ ਕਿੱਤੇ ਦੌਰਾਨ ਸੁਰੱਖਿਆ ਵੀ ਇੱਕ ਮੁੱਖ ਮਹੱਤਵਪੂਰਨ ਕਿੱਤਾ ਹੈ। ਫੰਡਾਂ ਦੀ ਸੁਰੱਖਿਆ ਅਤੇ ਕੀਮਤੀ ਚੀਜ਼ਾਂ ਵਰਗੇ ਮੁੱਦੇ ਉਹਨਾਂ ਵਿੱਚ ਸ਼ਾਮਲ ਹਨ। ਫਰੰਟ ਡੈਸਕ ਨੂੰ ਹੋਟਲ ਅਤੇ ਗੈਸਟ ਕੀਜ਼, ਪ੍ਰਾਪਰਟੀ ਨਿਗਰਾਨੀ, ਸੁਰੱਖਿਅਤ ਜਮ੍ਹਾਂ ਬਕਸੇ, ਮਹਿਮਾਨਾਂ ਦੀ ਨਿੱਜੀ ਜਾਇਦਾਦ ਅਤੇ ਐਮਰਜੈਂਸੀ ਨੂੰ ਸੰਭਾਲਣ ਲਈ ਹੋਟਲ ਦੇ ਸਟੈਂਡਰਡ ਆਪਰੇਟਿੰਗ ਵਿਧੀ ਦਾ ਪਾਲਣ ਕਰਨਾ ਚਾਹੀਦਾ ਹੈ। ਕਿੱਤਾ ਪੜਾਅ ਦੌਰਾਨ ਰੈਸਟੋਰੈਂਟ ਚਾਰਜ, ਟੈਲੀਫੋਨ, ਇੰਟਰਨੈਟ, ਟਰੈਵਲ ਡੈਸਕ ਆਦਿ ਕਈ ਤਰ੍ਹਾਂ ਦੇ ਚਾਰਜ ਮਹਿਮਾਨ ਅਤੇ ਹੋਟਲ ਖਾਤੇ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਖਰਚਿਆਂ ਨੂੰ ਮਹਿਮਾਨਾਂ ਦੇ ਖਾਤੇ ਵਿੱਚ ਫਰੰਟ ਆਫਿਸ ਪੋਸਟਿੰਗ ਪ੍ਰਕਿਰਿਆ ਦੇ ਅਨੁਸਾਰ ਪੋਸਟ ਕੀਤਾ ਜਾਵੇਗਾ। ਕਿੱਤਾ ਪੜਾਅ ਦੇ ਦੌਰਾਨ ਹੋਰ ਫਰੰਟ ਦਫ਼ਤਰ ਵਿੱਤੀ ਕੰਮ, ਗੈਸਟ ਖਾਤੇ ਵਿੱਚ ਲਗਾਏ ਗਏ ਖਰਚਿਆਂ ਦੀ ਤਸਦੀਕ ਕਰਨਾ ਅਤੇ ਕ੍ਰੈਡਿਟ ਸੀਮਾ ਦੇ ਵਿਰੁੱਧ ਮਹਿਮਾਨ ਖਾਤਿਆਂ ਦੀ ਜਾਂਚ ਕਰਨਾ ਹੈ। ਰਵਾਨਗੀ ਗੈਸਟ ਚੱਕਰ ਦੇ ਮਹਿਮਾਨ ਸੇਵਾਵਾਂ ਅਤੇ ਮਹਿਮਾਨ ਦੇ ਲੇਖਾ ਪਹਿਲੂ ਚੱਕਰ ਦੇ ਚੌਥੇ ਪੜਾਅ ਦੌਰਾਨ ਪੂਰੇ ਕੀਤੇ ਜਾਂਦੇ ਹਨ। ਵਿਦਾਇਗੀ ਵੇਲੇ ਮਹਿਮਾਨ ਕਮਰਾ ਖਾਲੀ ਕਰਦਾ ਹੈ, ਸੈਟਲ ਕੀਤੇ ਖਾਤਿਆਂ ਦਾ ਸਹੀ ਬਿਆਨ ਪ੍ਰਾਪਤ ਕਰਦਾ ਹੈ, ਕਮਰੇ ਦੀਆਂ ਚਾਬੀਆਂ ਵਾਪਸ ਕਰਦਾ ਹੈ, ਹੋਟਲ ਛੱਡਦਾ ਹੈ। ਇੱਕ ਵਾਰ ਮਹਿਮਾਨਾਂ ਦੀ ਜਾਂਚ ਕਰਨ ਤੋਂ ਬਾਅਦ ਫਰੰਟ ਦਫ਼ਤਰ ਕਮਰਿਆਂ ਦੀ ਉਪਲਬਧਤਾ ਦੀ ਸਥਿਤੀ ਨੂੰ ਅਪਡੇਟ ਕਰਦਾ ਹੈ। ਹਾਊਸਕੀਪਿੰਗ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ। ਪ੍ਰਾਪਰਟੀ ਮੈਨੇਜਮੈਂਟ ਸਾਫਟਵੇਅਰ ਦੀ ਵਰਤੋਂ ਕਰਨ ਵਾਲੇ ਹੋਟਲਾਂ ਲਈ ਕਮਰੇ ਦੀ ਸਥਿਤੀ ਆਪਣੇ ਆਪ ਅਪਡੇਟ ਹੋ ਜਾਂਦੀ ਹੈ। ਫਰੰਟ ਦਫ਼ਤਰ ਹੋਟਲ ਵਿੱਚ ਮਹਿਮਾਨਾਂ ਦੇ ਤਜਰਬੇ ਦਾ ਸੁਭਾਅ ਵੀ ਇਕੱਤਰ ਕੀਤਾ ਜਾਂਦਾ ਹੈ। ਗੈਸਟ ਟ੍ਰਾਂਸਫਰ ਲਈ ਪ੍ਰਬੰਧ ਕਰਨੇ ਬਹੁਤ ਲਾਜ਼ਮੀ ਹਨ, ਕਿਉਂਕਿ ਇਹਨਾਂ ਪ੍ਰਬੰਧਾਂ ਕਾਰਨ ਹੀ ਸੈਲਾਨੀ ਨੂੰ ਬਹੁਤ ਵਧੀਆ ਐਕਸਪੀਰੀਅੰਸ ਪ੍ਰਾਪਤ ਹੋ ਸਕਦਾ ਹੈ ਅਤੇ ਹੋਸਪਿਟੈਲਿਟੀ ਇੰਡਸਟਰੀ ਨੂੰ ਮੁਨਾਫਾ ਹੋ ਸਕਦਾ ਹੈ। ਆਵਾਜਾਈ ਦੇ ਦੌਰਾਨ ਸਮਾਨ ਦੀ ਚਿੰਤਾ ਕੀਤੇ ਬਿਨਾਂ ਯਾਤਰੀ ਅਗਰ ਆਪਣੀ ਮੰਜ਼ਿਲ ਵੱਲ ਵੱਧਦਾ ਹੈ ਤਾਂ ਉਹਦਾ ਇਹ ਅਨੁਭਵ ਬਹੁਤ ਵਧੀਆ ਸਾਬਤ ਹੋ ਸਕਦਾ ਹੈ ਅਤੇ ਸੌਖੀ ਬੈਗੇਜ ਟ੍ਰਾਂਸਫਰ ਦੀ ਸਹੂਲਤ ਹੁਣ ਸਾਡੇ ਨੈਟਵਰਕ ਦੇ ਸਾਰੇ ਭਾਰਤੀ ਹਵਾਈ ਅੱਡਿਆਂ 'ਤੇ ਉਪਲਬਧ ਹੈ। ਸਾਰੇ ਅੰਤਰਰਾਸ਼ਟਰੀ ਕਨੈਕਸ਼ਨਾਂ ਲਈ ਸਹਿਜ ਸਮਾਨ ਟ੍ਰਾਂਸਫਰ ਅਤੇ ਚੈੱਕ-ਇਨ ਤਜਰਬੇ ਗਾਹਕ ਨੂੰ ਵਧੇਰੇ ਚੰਗੀ ਸੁਵਿਧਾ ਪ੍ਰਦਾਨ ਕਰਦੇ ਹਨ। ਅੰਤਰਰਾਸ਼ਟਰੀ ਕਨੈਕਟ ਕਰਨ ਵਾਲੀਆਂ ਉਡਾਣਾਂ ਲਈ ਚੈੱਕ-ਇਨ ਸਮਾਨ ਯਾਤਰੀ ਨੂੰ ਅੰਤਿਮ ਮੰਜ਼ਿਲ 'ਤੇ ਉਪਲਬਧ ਕਰਵਾਏ ਜਾਂਦੇ ਹਨ। ਯਾਤਰੀਆਂ ਨੂੰ ਜੁੜਨ ਵਾਲੇ ਹਵਾਈ ਅੱਡੇ 'ਤੇ ਰਿਪੋਰਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬੋਰਡਿੰਗ ਪਾਸ ਅੰਤਿਮ ਮੰਜ਼ਿਲ ਤੱਕ ਮੂਲ ਹਵਾਈ ਅੱਡੇ 'ਤੇ ਜਾਰੀ ਕੀਤੇ ਜਾਂਦੇ ਹਨ। ਇੱਕ ਅੰਤਰਰਾਸ਼ਟਰੀ ਤੋਂ ਦੂਜੀ ਅੰਤਰਰਾਸ਼ਟਰੀ ਮੰਜ਼ਿਲ ਲਈ ਯਾਤਰਾ ਕਰਨ ਲਈ ਉਹਨਾਂ ਨੂੰ ਬਾਰ-ਬਾਰ ਚੈੱਕ-ਇਨ ਲਿਸਟ ਵਿੱਚੋਂ ਨਹੀਂ ਗੁਜ਼ਰਨਾ ਪੈਂਦਾ। ਯਾਤਰੀਆਂ ਨੂੰ ਚੈੱਕ-ਇਨ ਸਮਾਨ ਅੰਤਿਮ ਮੰਜ਼ਿਲ 'ਤੇ ਹੀ ਉਪਲਬਧ ਕਰਵਾਏ ਜਾਂਦੇ ਹਨ। ਸੈਲਾਨੀ ਦੇ ਪਾਸਪੋਰਟ, ਵੀਜ਼ਾ ਅਤੇ ਸੰਬੰਧਿਤ ਯਾਤਰਾ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ, ਜਿੱਥੇ ਕਿ ਉਸਨੇ ਸ਼ੁਰੂਆਤ ਵਿੱਚ ਹੀ ਯਾਤਰਾ ਸ਼ੁਰੂ ਕਰਨੀ ਹੋਵੇ। ਮਹਿਮਾਨਾਂ ਦੇ ਤਜਰਬੇ ਨੂੰ ਵਧਾਉਣ ਲਈ ਸੰਚਾਰ ਤਕਨੀਕ ਵਧੀਆ ਹੋਣੀ ਚਾਹੀਦੀ ਹੈ, ਭਾਵ ਕਿ ਸਮੇਂ-ਸਮੇਂ 'ਤੇ ਨਵੀਆਂ ਤਕਨੀਕਾਂ, ਨਵੀਆਂ ਸਕਿੱਲਸ ਸਿੱਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਸੈਲਾਨੀ ਜਿਹੜੇ ਨੇ ਤੁਹਾਡੇ ਸੰਪਰਕ ਵਿੱਚ ਆਉਂਦੇ, ਉਹਨਾਂ ਨਾਲ ਤੁਸੀਂ ਅੱਛੇ ਤਰੀਕੇ ਦੇ ਨਾਲ ਡੀਲ ਕਰ ਸਕੋ।
ਮਹਿਮਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ। ਉਸ ਅਨੁਸਾਰ ਹੀ ਸਾਰੀ ਕਾਰਵਾਈ ਪਹਿਲਾਂ ਹੀ ਤਿਆਰ ਰੱਖਣੀ ਚਾਹੀਦੀ ਹੈ। ਗੈਸਟ ਡਾਟਾ ਦੀ ਵਰਤੋਂ ਕਰਨੀ ਚਾਹੀਦੀ ਹੈ। ਸਮੇਂ ਦੀ ਬਚਤ ਕਰਨੀ ਚਾਹੀਦੀ ਹੈ। ਤੇਜ਼ੀ ਨਾਲ ਕਮਰੇ ਦੀ ਵੰਡ ਕਰਨੀ ਚਾਹੀਦੀ ਹੈ। ਮਹਿਮਾਨਾਂ ਨੂੰ ਉਮੀਦਾਂ ਹੁੰਦੀਆਂ ਹਨ ਕਿ ਹੋਟਲ ਵਿੱਚ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕੀਤਾ ਜਾਵੇ ਅਤੇ ਸਮੇਂ-ਸਮੇਂ 'ਤੇ ਇਹਨਾਂ ਮੰਗਾਂ ਦੇ ਵਿੱਚ ਬਦਲਾਅ ਵੀ ਕੀਤਾ ਜਾਵੇ। ਸੋ ਉਹਨਾਂ ਦੀਆਂ ਮੰਗਾਂ, ਉਹਨਾਂ ਦੀਆਂ ਲੋੜਾਂ ਥੋੜਾਂ ਵੱਲ ਕਰਮਚਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ 'ਤੇ ਪੂਰੀਆਂ ਕਰਦੇ ਰਹਿਣਾ ਚਾਹੀਦਾ ਹੈ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ, ਅਰੇਂਜ ਫॉर द ਗੈਸਟ ਟਰਾਂਸਫਰ, ਕਿ ਕਿਸ ਤਰੀਕੇ ਦੇ ਨਾਲ ਪ੍ਰਾਹੁਣਾਚਾਰੀ ਉਦਯੋਗ ਵਿੱਚ ਮਹਿਮਾਨ ਦੀ ਆਮਦ ਅਤੇ ਰਵਾਨਗੀ ਇੱਕ ਬਹੁਤ ਹੀ ਮਹੱਤਵਪੂਰਨ ਸੰਕਲਪ ਹੈ ਅਤੇ ਹੋਟਲ ਮੈਨੇਜਮੈਂਟ ਦੇ ਕਰਮਚਾਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਸ਼ਿਕਾਇਤ ਦਾ ਮੌਕਾ ਨਾ ਦੇਣ। ਉਹਨਾਂ ਦੇ ਹੋਟਲ ਵਿੱਚ ਆਉਣ ਤੋਂ ਪਹਿਲਾਂ ਅਤੇ ਹੋਟਲ ਛੱਡ ਕੇ ਜਾਣ ਤੱਕ ਉਹਨਾਂ ਨੂੰ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਣ ਜਿਨ੍ਹਾਂ ਦੇ ਲਈ ਉਹ ਆਪਣਾ ਖਰਚ ਕਰਦੇ ਹਨ, ਤਾਂ ਕਿ ਉਹਨਾਂ ਨੂੰ ਚੰਗਾ ਐਕਸਪੀਰੀਅੰਸ ਗੇਨ ਹੋ ਸਕੇ ਅਤੇ ਉਹ ਆਪਣੇ ਐਕਸਪੀਰੀਅੰਸ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨ, ਤਾਂ ਕਿ ਵੱਧ ਤੋਂ ਵੱਧ ਕਸਟਮਰ ਉਸ ਹੋਟਲ ਜਾਂ ਰੈਸਟੋਰੈਂਟ ਤੱਕ ਪਹੁੰਚ ਕਰ ਸਕਣ। ਇਸ ਦੇ ਨਾਲ ਪ੍ਰਾਹੁਣਾਚਾਰੀ ਉਦਯੋਗ ਵਿੱਚ ਵਾਧਾ ਹੋਏਗਾ, ਮੁਨਾਫਾ ਹੋਏਗਾ। ਸੋ ਉਮੀਦ ਕਰਦੀ ਹਾਂ ਕਿ ਅੱਜ ਦਾ ਟੌਪਿਕ ਸਾਰਿਆਂ ਨੂੰ ਸਮਝ ਆਇਆ ਹੋਵੇਗਾ। ਥੈਂਕ ਯੂ।